ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਉੱਪਰ ਸੁਭਾਇਮਾਨ ਵਾਲੀਏ ਕੁਲ ਆਲਮ ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹਾਂ ਦੇ ਬਾਦਸ਼ਾਹ ਸਾਹਿਬ ਸ਼ਬਦ ਗੁਰੂ ਹਾਜ਼ਰ ਨਾਜ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸੰਗਤੀ ਰੂਪ ਦੇ ਵਿੱਚ ਜੁੜ ਮਿਲ ਕੇ ਬੈਠੀ ਸਮੂਹ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਹਰ ਰੋਜ਼ ਦੀ ਤਰ੍ਹਾਂ ਸਮੇਂ ਅਨੁਸਾਰ ਕਥਾ ਵਿਚਾਰ ਦੀ ਸਾਂਝ ਆਪ ਜੀ ਦੇ ਨਾਲ ਦਾਸ ਨੇ ਪਾਉਣੀ ਹੈ। ਆਪ ਭਾਵਨਾ ਬਣਾਇਓ, ਜਿੰਨੇ ਵੀ ਗੁਰਮੁਖ ਪਿਆਰੇ ਬੈਠੇ ਹੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਮੁਖ ਪਿਆਰੇ ਘਰਾਂ ਦੇ ਵਿੱਚੋਂ ਚੱਲ ਕੇ ਗੁਰਦੁਆਰੇ ਆਉਂਦੇ ਹੋ ਤੇ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਵਿਤ ਆਉਂਦਾ ਹੈ ਔਰ ਉਹ ਕਵਿਤ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਵਾਚਦੇ ਹਾਂ ਨਾ ਤੇ ਭਾਈ ਗੁਰਦਾਸ ਜੀ ਨੇ ਉੱਥੇ ਇੱਕ ਭਾਵਨਾ ਦੀ ਗੱਲ ਕੀਤੀ, ਇੱਕ ਵਿਸ਼ਵਾਸ ਦੀ ਗੱਲ ਕੀਤੀ, ਇੱਕ ਸ਼ਰਧਾ ਦੀ ਗੱਲ ਕੀਤੀ। ਚਲੋ ਜਿੰਨੇ ਵੀ ਗੁਰਮੁਖ ਪਿਆਰੇ ਅਸੀਂ ਆਉਂਦੇ ਹਾਂ, ਆਪੋ ਆਪਣੇ ਤਰੀਕੇ ਦੇ ਨਾਲ ਇਨਸਾਨ ਘਰ ਦੇ ਵਿੱਚੋਂ ਉੱਠ ਕੇ ਗੁਰਦੁਆਰੇ ਆਉਂਦਾ ਹੈ। ਗੁਰੂ ਘਰ ਵੱਲ ਨੂੰ ਅਸੀਂ ਚੱਲ ਕੇ ਆਉਂਦੇ ਹਾਂ। ਇੱਕ ਭਾਈ ਗੁਰਦਾਸ ਜੀ ਦਾ ਜਿਹੜਾ ਕਵਿਤ ਹੈ ਉਹ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੂਜਾ ਮੈਂ ਬਚਨ ਆਪ ਜੀ ਦੇ ਨਾਲ ਇਹ ਕਰਨਾ ਹੈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਦਾਤਾਂ ਵਰਤਦੇ ਹਾਂ। ਇੱਥੋਂ ਤੱਕ ਕਿ ਜਿਹੜਾ ਪ੍ਰਸ਼ਾਦਾ ਛਕਦੇ ਪਏ ਆ ਉਹ ਵੀ ਉਸ ਅਕਾਲ ਪੁਰਖ ਦੀ ਦੇਣ ਹੈ, ਉਹ ਦਿੰਦਾ ਪਿਆ ਹੈ ਤੇ ਅਸੀਂ ਛਕਦੇ ਪਏ ਹਾਂ। ਜੇ ਉਹ ਨਾ ਦੇਵੇ ਤੇ ਅਸੀਂ ਨਹੀਂ ਛਕਾਂਗੇ। ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਉਸ ਅਕਾਲ ਪੁਰਖ ਕਰਤੇ ਨੇ ਸਾਨੂੰ ਨਾ ਦਿੱਤੀ ਹੋਵੇ। ਹਾਲਾਂਕਿ ਬੰਦਾ ਕਈ ਵਾਰ ਤਾਨੇ ਮਿਹਣੇ ਉਸ ਕਰਤੇ ਨੂੰ ਮਾਰਨ ਲੱਗ ਪੈਂਦਾ ਹੈ ਕਿ ਮੈਨੂੰ ਕੀ ਦਿੱਤਾ, ਮੈਨੂੰ ਕੀ ਦਿੱਤਾ, ਪਰ ਉਹ ਇਨਸਾਨ ਇਹ ਨਹੀਂ ਸੋਚਦਾ ਕਿ ਭਲਿਆ 84 ਲੱਖ ਜੂਨ ਦੇ ਵਿੱਚੋਂ ਤੈਨੂੰ ਮਨੁੱਖਾ ਸਰੀਰ ਦੇ ਦਿੱਤਾ, ਇਹਦੋਂ ਵੱਡਾ ਹੋਰ ਕੋਈ ਦਾਨ ਤੇਰੇ ਲਈ ਹੋ ਹੀ ਨਹੀਂ ਸਕਦਾ। ਇਹ ਸਭ ਤੋਂ ਵੱਡਾ ਦਾਨ ਹੈ। ਇਹ ਸਰੀਰ ਮਿਲਿਆ ਹੈ, ਸਵਾਸ ਮਿਲੇ ਨੇ, ਅੱਖਾਂ ਵੇਖਦੀਆਂ ਪਈਆਂ ਨੇ, ਕੰਨ ਸੁਣਦੇ ਪਏ ਨੇ, ਇਹ ਜੀਭ ਸਵਾਦ ਚੱਕਦੀ ਪਈ ਹੈ, ਪਰ ਜਿਹੜਾ ਦਿੰਦਾ ਪਿਆ ਹੈ ਜਦੋਂ ਉਹ ਭੁੱਲ ਜਾਂਦਾ ਹੈ, ਉਸ ਇਨਸਾਨ ਨੂੰ ਕਿਹਾ ਗਿਆ ਹੈ ਭਾਈ ਗੁਰਦਾਸ ਜੀ ਵੱਲੋਂ ਅਕਿਰਤ ਕੰਨ। ਔਰ ਉਸ ਅਕਾਲ ਪੁਰਖ ਦੇ ਸਾਡੇ ਦੇ ਉੱਪਰ ਪਰਉਪਕਾਰ ਬੜੇ ਨੇ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਔਰ ਆਪ ਜਿੰਨੇ ਵੀ ਗੁਰਮੁਖ ਪਿਆਰੇ ਬੈਠੇ ਹੋ ਸਾਰੇ ਸੁਖਮਨੀ ਸਾਹਿਬ ਪੜ੍ਹਦੇ ਹੋਗੇ ਔਰ ਵੈਸੇ ਪੜ੍ਹਨਾ ਵੀ ਚਾਹੀਦਾ ਹੈ। ਸੁਖਮਨੀ ਸਾਹਿਬ ਨੂੰ ਵੀ ਕੋਸ਼ਿਸ਼ ਕਰਿਆ ਕਰੋ ਕਿ ਨਿਤਨੇਮ ਦਾ ਹਿੱਸਾ ਬਣੇ। ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੇ ਮਿਟਾਵਉ। ਜਦੋਂ ਤੁਸੀਂ ਸੁੱਖਾਂ ਦੀ ਗੱਲ ਕਰਦੇ ਹੋ ਤੇ ਬੰਦਾ ਗੁਰਦੁਆਰੇ ਆ ਕੇ ਗੁਰੂ ਘਰ ਦੇ ਵਿੱਚ ਆ ਕੇ ਆਪਣੇ ਸਰੀਰ ਦਾ ਸੁੱਖ ਮੰਗਦਾ ਹੈ, ਆਪਣੇ ਪਰਿਵਾਰ ਦਾ ਸੁੱਖ ਮੰਗਦਾ ਹੈ। ਹਾਲਾਂਕਿ ਸਾਡੀ ਅਰਦਾਸ ਦੇ ਵਿੱਚ ਇੱਕ ਬੜਾ ਵੱਡਾ ਸਿਧਾਂਤ ਹੈ ਕਿ ਅਕਾਲ ਪੁਰਖ ਵਾਹਿਗੁਰੂ ਅਖੀਰ ਤੇ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਰੇਕ ਬੰਦਾ ਸੁੱਖ ਲੋੜਦਾ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੇ ਮਿਟਾਵਉ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਕੇ
मैं अपने अंदर कल रूपी कलयुग के समय दे जिहड़े कलेश ने चलदे उन्हां तो कहंदे मैं साइड ते हो जाना है, मैनू उन्हां तो परमात्मा बचा लैंदा है। कल कलेश तन माहि मिटावों, सिमरों जास बिसंपर एक है, नाम जपत अगंत अनेक है। फिर कहंदे वेद पुराण सिमरत सुधाख्यर, किन्ने राम नाम एक आख्यर, किनका एक जिस जीव सावै। आ शब्द सुनने वाला है। कहंदे जदों तुसीं सिमरन करदे हो तो चलो ये भी बड़ा औखा काम है जी। कोई सवेरे उठ के चौंकड़ा मार के अमृत वेले उस अकाल पुरख की याद दे विच जुड़े, ये हरेक इंसान नहीं जुड़ता। ये अकाल पुरख वाहिगुरू बख्शिश करे तो जुड़िया जाता है। पर गुरु साहब ने सानू नितनेम दिता है। वैसे भाई गुरदास जी का एक शब्द आता है, वो कहते जिस तरीके दे नाल बंदे का मन इस दुनियावी हिसाब किताब दे विच लगदा है, जिस तरह बंदे का मन घर का हिसाब किताब बिजनस कर लगिया लेखे जोखे दे विच लगदा है, इस तरीके दे नाल बंदे का मन सिमरन दे विच नहीं जे जुड़दा। जिस तरीके दे नाल बंदे का मन दुनियावी दुनिया दे विच लगदा है, उस तरह बंदे का मन संगत दे विच नहीं जे आके जुड़दा। जिस तरह बंदे का मन परिवार दे नाल लगदा है, घर वाली इस्त्री दे नाल लगदा है, उस तरह की प्रीत बाणी दे नाल नहीं बनदी। ये है बड़ा औखा। भाई गुरदास जी का जिहड़ा असीं ये कवित पढ़ते हैं कि जैसे मन लागत है लेखक को लेखै बिखै, हर जस लिखत न तैसो ठहरावई। जैसे मन बन जो बिहार के बिथार बिखै, शब्द सुरत अवगाहन न भावई। जैसे मन कनको कामनी स्नेह बिखै, सा संग तैसे नेहो पल न लगावई। माया बंद धंध बिखै अवध बिहाए जाए, गुर उपदेशहीन पाशे पछतावे। कहते जिस तरह घर दे विच मन जुड़दा है, उस तरह सिमरन करन दे विच मन नहीं जुड़दा। चलो मैं एक होर छोटी जी बेनती करा कि चलो सुखमनी साहब इत्थे बड़े लोग पढ़ते हैं, बड़ियां संगतां पढ़दियां ने। सुखमनी साहब पढ़न वाले भी बड़े ने, 2-2 घंटे 2-2 3-3 पाठ भी कर लेंदे ने। पर सच गल जे चौंकड़ा मार के तुसी किते वाहिगुरू वाहिगुरू 10 मिनट करके वेखियो, तुहाडे कोल बैठा नहीं जे जाना। जो तुसी सिमरन की भाषा लैंदे हो, सिमरन का अर्थ हुंदा है याद करना, उस अकाल पुरख नूं आराधना, उन्होंने चेते करना। तो जिहड़ा इंसान साडे उत्ते बड़े परोपकार करे, मैं छोटी जी एक दुनियावी तौर पर उदाहरण देन लगा। जिहड़ा बंदा जिहड़े इंसान दे साडे उत्ते परोपकार होण, असीं उस इंसान दे गुणां नूं चितारदे हां, उहदा असीं एहसान नहीं भुलदे कदी भी। ते जिहड़ा एहसान भुल जाइए उहनूं फिर एहसान फरामोश कहंदे ने। उस अकाल पुरख दे साडे उत्ते बड़े एहसान ने। उन्हें देखण वास्ते अखां दित्तियां, उन्हें सवास दिते, उन्हें काम करन वास्ते हथ दिते, तुरन वास्ते पैर दिते, उन्हें एनर्जी दिती है। जिन्हें इन्ना कुछ दिता होवे, जे बंदा उसनूं याद ना करे तो उदों वड्डा फिर किरत कण कोई हो नहीं सकता। मैं इस करके बेनती की कि जदों असीं उहनूं याद करते हैं, तो मैं थोड़ा जिहा उस इस पासे लैके गल आउंदे आ कि उहनूं याद करना वैसे बड़ा औखा है। कोई गुरमुख प्यारा उस करते नूं आराधदा है, ते धन गुरु अर्जन देव महाराज कहंदे उस करते दे गुणां नूं गाउणा चाहीदा है। एक शब्द बाणी दे विच होर आउंदा है, वो कहंदे नाम बिना ज्यों पहरे खाए। हुण शब्द बड़ा वड्डा है। जे मान लो मैं ज़बानी कलामी अपनी बोली दे विच किसे नूं बुरा कहना होवे, ये शब्द किसे नूं लामा मारा तो अगला गुस्सा कर जाएगा। पर बाणी दे विच गुरु पातशाह जी ने सीधा कह दिता कि बंदिया जे उस करते दियां दातां नूं लैके उहनूं याद नहीं करदा पिया, ते सच करके जानी नाम तो बिना जिन्ना भी कुछ खाना पिया है, ये इवें जानी जिवें कूकर किसी झूठ दे विच मूँह मारदा पिया है। नाम बिना जो पहरे खाए, जो कूकर झूठन मह पाए। नाम बिना जेता व्यवहार, जो मृतक मिथ्या सिंगार। जे उस करते दी कीर्ति कोल नहीं, ते भावें बंदिया तू अरकां तक क्यों ना सोने दे कड़े पा लै, तू जिन्ना मर्जी चाहे श्रृंगार कर ले, गुरु पातशाह कहंदे वो इवें लगेगा जिवें किसी लोथ दा श्रृंगार कीता होवे। इदों वध के होर है कुछ नहीं।
ਗੁਰੂ ਪਾਤਸ਼ਾਹ ਨੇ ਸਿੱਧਾ ਕਿਹਾ, ਕਹਿੰਦੇ ਜਿਹਦਾ ਦਿੰਦਾ ਪਿਆ ਹੈ ਉਹਨੂੰ ਯਾਦ ਜ਼ਰੂਰ ਕਰਿਆ ਕਰੋ ਤੇ ਕਦੇ ਘਬਰਾਈਏ ਨਾ। ਇੱਕ ਬੇਨਤੀ ਛੋਟੀ ਜੀ, ਜਿਹਨੇ ਪੈਦਾ ਕੀਤਾ ਹੈ ਉਹ ਰੋਟੀ ਵੀ ਜ਼ਰੂਰ ਦੇਵੇਗਾ। ਜਿਹਨੇ ਸਵਾਰਿਆ ਹੈ, ਜਿਹਨੇ ਬਣਾਇਆ ਹੈ, ਉਹ ਕਦੀ ਰੋਟੀ ਤੋਂ ਭੁੱਖਾ ਨਹੀਂ ਰਹਿਣ ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਸਵਈਆ ਆਉਂਦਾ ਹੈ, ਉਹ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਛ ਪਸੂ ਨਗ ਨਾਗ ਨਰਾਦਰ ਸਭ ਸਮੈ ਸਭ ਕੋ ਪ੍ਰਤਪਾਰੈ पोखत है जल में थल में पल में कल के नहीं कर्म विचारै दीन दयाल दया निध दोखन देखत है। धन गुरु गोबिंद सिंह महाराज कहते उस करते दा सुभाव देखो। इत्थे जिहड़ा परमात्मा नूं याद नहीं करता परमात्मा उन्हों भी दिंदा है, जिहड़ा पाप ही करता पिया है परमात्मा उन्हों भी दिंदा है। दीनन की प्रतपाल करे नित संत उबार गनी मन गारै पछ पशु नग नाग नरादप। इत्थे पशुआं नूं इत्थे पंछियां नूं ते जिहड़ा सप हर वक्त डंग मारन दा काम करदा है अकाल पुरख वाहिगुरू उस नाग नूं उस सप नूं भी दे रिहा है। कहंदे दोखन देखत है। धन गुरु गोबिंद सिंह महाराज कहंदे दीनन की प्रतपाल करे नित संत उबार गनी मन गारै पछ पशु नग नाग नरादप सर्व समय सबको प्रतपार है। पोखत है जल में थल में पल में कल के नहीं कर्म विचारै दीन दयाल दया निध वो दया दा खजाना है करता। कहंदे दोखन देखत है जिहड़े इत्थे हर वक्त दोखी ने। कहंदे अकाल पुरख वाहिगुरू दोखियां नूं देखदा है, पाप करन वालियां दी बिरती नूं जाणदा है, पर वो अकाल पुरख दा सुभाव देखो उन्हां पापियां दे मूँह दे विच भी रोटी पाउंदा पिया है। दोखन देखत है पर देत ना हारे। वो वेखदा सारिਆਂ ਨੂੰ है पर वो देणों नहीं हटदा। पर एक जपजी साहब दा बचन होर आउंदा है ਜਦੋਂ ਅਸੀਂ पाप ते पुण्य दी प्यारिओ गल करदे हां। एक पासे पाप दा गड्ढा चलदा है बंदा भर के, एक पासे पुण्य दा बैल तुरदा है गड्ढा भर के। ते जे मान लो इस जिंदगी दे विच चलदियां पापां वाला गड्ढा तुरिया जांदा है ते पुण्य वाला खड़ गया है, समझ लो कि पापां वाला पासा ज़्यादा भारी हो गया। मैं एक छोटी जी उदाहरण के तौर पर गल कर रहा कि दो बैल ने दो गड्ढे ने, एक पाप वाला पासा है एक पुण्य वाला पासा है, जिन्हों गुरु नानक देव महाराज जी ने जपजी साहब दे विच कहा कि पुन्नी पापी आखण ना है। ये कला कहण मात्र नहीं पाप ते पुण्य। धन गुरु नानक देव महाराज कहते पाप ते पुण्य कमा के बंदे ने नाल लेके जाना है। पुन्नी पापी आखण ना है कर कर करना लिख लै जाओ आपे बीज आपे ही खाओ। वो अकाल पुरख वाहिगुरू ने बंदे नूं मत दिती है। एक पाप वाला पासा है एक पुण्य वाला पासा है। तो मैं एक उदाहरण के तौर पर गल कर रहा, जे मान लो दो गड्ढे ने एक पाप का एक पुण्य का, तो पुण्य का गड्ढा जेकर तोया जाता है पाप का खड़ गया है, ਇਹਦਾ मतलब ये है कि पुन्ना वाला पासा ज़्यादा भारी हो गया, पाप वाला पासा हुण रुक गया। तो जे पाप वाला गड्ढा रुकदा नहीं पिया पुण्य वाला रुक गया है, ਇਹਦਾ सिंपल जिहा मतलब ये है कि बंदे का मन पापां दे विच ज़्यादा ग्रस्त हो गया, पुण्य वाले पासे तो साइड ते हो गया, पुण्य वाले पासे हट गया। ये बंदा जिंदगी दे विच जीवन गुजारदा है। खैर मैं अपने विषय ते आवां, जदों तुसीं बाणी पढ़ोगे सिमरन करोगे तो प्यारिओ सच करके जाणिओ बाणी तुहाडे अंदर चेंज लैके आवेगी, बाणी बदलाव लैके आवेगी। तो कई बार बाणी पढ़दे आ भी कदे सवाल आउंदे ने कि जी मन नहीं टिकदा मन नहीं खड़दा। जे मन टिक गया जे ते मन जुड़ गया फिर तो गल बन गई है। बाणी पढ़नी इस करके है कि मन शांत हो जावे, सहज सुभाव अंदर प्रगट हो जावे, अंदर शुभ गुण प्रगट हो जान। ते ज्यों ज्यों असी बाणी पढ़ांगे त्यों त्यों अंदर सुभाव दे विच बदलाव आउंदा जावेगा। जदों असी अमृत छकण की गल करते हैं कि भाई अमृत छको अमृतधारी हो, तो मैं तो पहला ये गल बेनती करदा ना प्यारिओ कि तुसी बाणी पढ़नी शुरू कर दो। बाणी अपने आप बाणी नूं जन्म दे दिंदी है।
ਜਦੋਂ ਬਾਣੀ ਕੋਲ ਨਹੀਂ ਫਿਰ ਬਾਣਾ ਵੀ ਨਹੀਂ ਆਵੇਗਾ। ਬਾਣੀ ਅੰਦਰ ਹੋਵੇ ਤੇ ਉੱਥੇ ਗੁਰੂ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਜਦੋਂ ਕੋਈ ਬਾਣੀ ਪੜ੍ਹੇ, ਸਿਮਰਨ ਕਰੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਨਦਰੇ ਅਨਾਇਤ ਵਰਤਦੀ ਹੈ, ਉਹਦੀ ਬਖਸ਼ਿਸ਼ ਵਰਤਦੀ ਹੈ। ਜਦੋਂ ਉਹਦੀ ਬਖਸ਼ਿਸ਼ ਵਰਤਦੀ ਹੈ, ਉਹ ਅਕਾਲ ਪੁਰਖ ਜਨਮਾਂ ਜਨਮਾਂਤਰਾਂ ਦਾ ਹਨੇਰਾ ਇੱਕ ਛਿਣ ਦੇ ਵਿੱਚ ਮਿਟਾ ਕੇ ਰੱਖ ਦਿੰਦਾ ਹੈ। ਤੁਸੀਂ ਇੱਕ ਸਵਈਆ ਪੜ੍ਹਦੇ ਹੋ, ਸਵਈਆਂ ਦੇ ਵਿੱਚੋਂ ਪੱਟਾਂ ਦੇ ਵਿੱਚ ਕਿ ਅਮਿਆ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ। ਲੋਚਾ ਕੀ ਹੈ? ਸੁੱਖ ਦੀ ਹੈ ਨਾ। ਤੇ ਕੀ ਜਿਹੜਾ ਧਨ ਦੌਲਤ ਹੈ, ਸ਼ੌਹਰਤ ਹੈ, ਕਮਾਈ ਹੈ, ਕੀ ਇਹ ਸੁੱਖ ਦੇ ਦਿੰਦਾ ਹੈ? ਇੱਥੇ ਮਖਮਲੀ ਸੇਜਾਂ ਦੇ ਉੱਪਰ ਬੈਠਾ ਹੋਇਆ ਬੰਦਾ ਵੀ ਦੁੱਖ ਦੇ ਵਿੱਚ ਵਿਰਲਾਪ ਕਰਦਾ ਹੈ, ਅੰਦਰੋਂ ਸੜਦਾ ਹੈ, ਈਰਖਾ ਦੀ ਅੱਗ ਦੇ ਵਿੱਚ ਸੜਦਾ ਹੈ। ਮਖਮਲੀ ਸੇਜਾਂ ਤੇ ਬੈਠਿਆਂ ਹੋਇਆਂ ਵੀ ਉਹਦੇ ਹਿਰਦੇ ਨੂੰ ਚੈਨ ਨਹੀਂ ਪੈਂਦੀ। ਸਿੰਪਲ ਜੀ ਇੱਕ ਉਦਾਹਰਨ ਕਿ ਇਕੱਲਾ ਪੈਸੇ ਦੇ ਨਾਲ ਸੁੱਖ ਨਹੀਂ, ਜਿੰਨੀ ਦੇਰ ਸ਼ਾਂਤ ਨਹੀਂ ਮਨ ਹੁੰਦਾ, ਸਹਿਜ ਨਹੀਂ ਆਉਂਦਾ, ਉਨੀ ਦੇਰ ਸੁੱਖ ਨਹੀਂ ਨਸੀਬ ਹੋ ਸਕਦਾ। ਕਈ ਵਾਰ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ, ਭਾਈ ਹੇਮਾ ਕੱਖਾਂ ਦੀ ਕੁੱਲੀ ਦੇ ਵਿੱਚ ਬੈਠਾ ਹੈ, ਛੰਨ ਪਾ ਕੇ ਬੈਠਾ ਹੋਇਆ ਹੈ, ਉਹ ਕੱਖਾਂ ਦੀ ਕੁੱਲੀ ਦੇ ਵਿੱਚ ਵੀ ਸੁੱਖ ਦੀ ਨੀਂਦ ਸੌਂਦਾ ਹੈ। ਮੈਂ ਉਦਾਹਰਨ ਦੇ ਕੇ ਗੱਲ ਕੀਤੀ ਕਿ ਇੱਥੇ ਬਹੁਤ ਐਸੇ ਮਿਲ ਜਾਣਗੇ ਗੁਰਮੁਖ ਪਿਆਰੇ, ਜਿਹੜੀ ਰੰਗ ਰਤਨੀ ਰੂਹ ਹੋਵੇਗੀ, ਉਹ ਭੋਏ ਜ਼ਮੀਨ ਤੇ ਲੇਟ ਕੇ ਵੀ ਆਰਾਮ ਦੇ ਨਾਲ ਸੁੱਖ ਦੀ ਨੀਂਦ ਸੁੱਤਾ ਹੋਵੇਗਾ। ਜਿਹੜਾ ਹਰ ਵਕਤ ਈਰਖਾ ਦੀ ਅੱਗ ਦੇ ਵਿੱਚ ਸੜਦਾ ਹੋਵੇਗਾ, ਉਹਨੂੰ ਮਖਮਲੀ ਸੇਜਾਂ ਦੇ ਉੱਪਰ ਵੀ ਚੈਨ ਨਹੀਂ ਜੇ ਪੈਂਦਾ, ਉਹਨੂੰ ਕਦੇ ਚੈਨ ਨਹੀਂ ਪੈਂਦਾ। ਇਸੇ ਲਈ ਭਾਈ ਹੇਮੇ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜਦੋਂ ਭਾਈ ਹੇਮਾ ਛਾਪੜੀ ਸਾਹਿਬ ਮੇਰੇ ਦਾਸ ਦੇ ਨਜ਼ਦੀਕ ਨਗਰ ਹੈ ਖਡੂਰ ਸਾਹਿਬ ਦੇ, ਜਦੋਂ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਭਾਈ ਹੇਮੇ ਨੂੰ ਮਿਲਦੇ ਨੇ ਤੇ ਉਹਦੀ ਕੱਖਾਂ ਦੀ ਛੰਨ ਸੀ ਜੀ। ਤੇ ਜਦੋਂ ਕੱਖਾਂ ਦੀ ਛੰਨ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਾਂਦੇ ਨੇ, ਉਹ ਬੜੀ ਸੇਵਾ ਕਰਦਾ ਹੈ। ਉਹ ਖਾਣ ਵਾਸਤੇ ਜੋ ਰੁੱਖੀ ਸੁੱਖੀ ਮਿੱਸੀ ਜਿਸ ਤਰ੍ਹਾਂ ਦੀ ਉਹਦੇ ਕੋਲ ਹੁੰਦੀ ਹੈ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਰੱਖਦਾ ਹੈ ਤੇ ਨਾਲ ਕਹਿੰਦਾ ਹੈ, ਪਾਤਸ਼ਾਹ ਮੈਨੂੰ ਮਾਫ ਕਰਿਓ, ਜਿਹੋ ਜਿਹਾ ਮੈਂ ਕਮਾਉਣਾ, ਜਿਹੋ ਜਿਹੀ ਮੈਂ ਖਾਂਦਾ ਹੈ, ਮੈਂ ਉਹੋ ਜਿਹੀ ਤੁਹਾਡੇ ਅੱਗੇ ਰੱਖ ਦਿੱਤੀ, ਇਹ ਤੋਂ ਵੱਧ ਕੇ ਮੇਰੇ ਕੋਲ ਹੈ ਕੁਝ ਨਹੀਂ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਹੇਮਿਆ ਤੇਰੀ ਇਹ ਛੰਨ, ਤੇਰੀ ਇਹ ਦਿੱਤੀ ਹੋਈ ਰੋਟੀ ਇਹਨਾਂ ਉੱਚੇ ਮਹਿਲ ਮਨਾਰਿਆਂ ਦੇ ਨਾਲੋਂ ਕਿਤੇ ਚੰਗੀ। ਉੱਥੇ ਇੱਕ ਸ਼ਬਦ ਜਿਹੜਾ ਅਸੀਂ ਪੜ੍ਹਦੇ ਹਾਂ ਕਿ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਹਿੰਦੇ ਉਹ ਘਰ ਸੋਭ ਨੀਕ ਹੈ। ਹੇਮਿਆ ਤੇਰੀ ਇਹ ਕੱਖਾਂ ਦੀ ਛੰਨ ਇਹਨਾਂ ਮਹਿਲ ਮਾੜੀਆਂ ਨਾਲੋਂ ਕਿਤੇ ਚੰਗੀ। ਕਿਉਂ ਚੰਗੀ? ਕਿ ਤੂੰ ਕਿਰਤ ਕਮਾਈ ਕਰਕੇ ਉਸ ਕਰਤੇ ਨੂੰ ਯਾਦ ਕਰਦਾ ਪਿਆ ਹੈ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਕਹਿੰਦੇ ਕਿਸੇ ਕੰਮ ਦੇ ਨਹੀਂ ਉਹ ਵੱਡੇ ਵੱਡੇ ਮਹਿਲ ਮਾੜੀਆਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਕਰਤੇ ਦੀ ਕਦੇ ਕੀਰਤੀ ਨਾ ਹੋਵੇ। ਚਲੋ ਆ ਹੁਣ ਕਨਸੈਪਟ ਚੱਲਿਆ, ਸਾਡਾ ਥੋੜ੍ਹਾ ਜਿਹਾ ਸਿਸਟਮ ਵੀ ਚੇਂਜ ਹੋ ਗਿਆ ਘਰਾਂ ਦਾ। ਪਹਿਲਾਂ ਸਵਾਣੀਆਂ ਜਦੋਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੀਆਂ ਸੀ ਸਾਡੀਆਂ ਬਜ਼ੁਰਗ ਮਾਈਆਂ, ਉਹ ਆਟਾ ਗੁੰਨਦਿਆਂ ਉਹਨਾਂ ਦੇ ਮੁੱਖ ਦੇ ਵਿੱਚ ਬੰਦਗੀ ਚੱਲਦੀ ਸੀ, ਜਪਜੀ ਸਾਹਿਬ ਚੱਲਦਾ ਸੀ, ਚੌਪਈ ਸਾਹਿਬ ਦਾ ਪਾਠ ਚੱਲਦਾ ਸੀ। ਆ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ, ਅਸੀਂ ਇੰਨਾ ਗਿਰਾਵਟ ਦੇ ਵਿੱਚ ਚਲੇ ਗਏ ਕਿ ਹੁਣ ਜਿਹੜੀ ਘਰ ਦੀ ਰਸੋਈ ਹੈ ਉਹਦੇ ਸਾਹਮਣੇ LED ਲੱਗੀ ਹੁੰਦੀ ਹੈ ਤੇ ਸਾਹਮਣੇ ਨਾਟਕ ਚੇਟਕ ਚੱਲਣ ਦੇ ਹੁੰਦੇ ਨੇ। ਇੱਕ ਤੁਸੀਂ ਕਹਾਵਤ ਸੁਣਦੇ ਹੋ ਆਮ, ਜੈਸਾ ਅੰਨ ਤੈਸਾ ਮਨ। ਜਿਹੋ ਜੀ ਅਸੀਂ ਰੋਟੀ ਖਾਂਦੇ ਹਾਂ, ਜਿਹੋ ਦਾ ਅਸੀਂ ਪਕਵਾਨ ਛਕਦੇ ਹਾਂ, ਤੇ ਇਹ ਸੱਚ ਗੱਲ ਜੇ, ਜੋ ਛਕਦੇ ਹੋ, ਜੋ ਖਾਂਦੇ ਹੋ, ਜੋ ਪੀਂਦੇ ਹੋ, ਉਹਦਾ ਮਨ ਦੇ ਉੱਤੇ ਅਸਰ ਡੈਫੀਨੇਟਲੀ ਹੋਵੇਗਾ। ਇਸੇ ਲਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜਿਤ ਖਾਧੈ ਤਨ ਪੀੜੀ ਹੈ। ਬੰਦਿਆ ਕਦੇ ਭੁੱਲ ਕੇ ਐਸਾ ਖਾਣਾ ਨਾ ਖਾ ਜਿਹਨੂੰ ਖਾਣ ਦੇ ਨਾਲ ਤੇਰਾ ਮਨ ਭਟਕਣਾ ਦੇ ਵਿੱਚ ਚੱਲੇ ਤੇ ਅੰਦਰੋਂ ਵਿਕਾਰ ਪੈਦਾ ਹੋਣ। ਜਿਤ ਖਾਧੈ ਤਨ ਪੀੜੀ ਹੈ, ਮਨ ਮਹਿ ਚੱਲੇ ਵਿਕਾਰ, ਐਸਾ ਕਦੇ ਵੀ ਨਾ ਖਾਓ। ਖੈਰ ਮੈਂ ਤਾਂ ਬੇਨਤੀ ਕੀਤੀ ਕਿ ਸਾਡਾ ਥੋੜ੍ਹਾ ਜਿਹਾ ਘਰਾਂ ਦਾ ਸਿਸਟਮ ਜਿਹੜਾ ਹੈ
ਉਹ ਅੱਜ ਕੱਲ੍ਹ ਥੋੜ੍ਹਾ ਜਿਹਾ ਚੇਂਜ ਹੋ ਗਿਆ। ਪਹਿਲਾਂ ਸਵਾਣੀਆਂ ਬਾਣੀ ਪੜ੍ਹਦੀਆਂ ਸੀ, ਨਾਲ ਨਾਲ ਆਟਾ ਗੁੰਨਦੀਆਂ ਸਨ। ਜੇ ਰੋਟੀ ਪਕਾਉਣੀਆਂ ਸਨ, ਤਵੇ 'ਤੇ ਰੋਟੀ ਪੱਕਦੀ ਸੀ, ਨਾਲ ਨਾਲ ਸ਼ਬਦ ਚੱਲਦਾ ਸੀ। ਪਰ ਅੱਜ ਉਹ ਸ਼ਬਦ ਰਸਨਾ ਦੇ ਵਿੱਚੋਂ ਨਹੀਂ ਚੱਲਦਾ, ਅੱਜ ਉਹ ਨਹੀਂ ਚੱਲਦਾ। ਅਤੇ ਮੈਂ ਇਹ ਵੀ ਵਿੱਚ ਵੀ ਕੋਈ ਸ਼ੱਕ ਨਹੀਂ, ਤੁਸੀਂ ਭਾਵਨਾ ਬਣਾ ਕੇ ਕਿਤੇ ਵੇਖਿਓ ਜਿੱਥੇ ਨਾਮ ਬਾਣੀ ਪੜ੍ਹ ਕੇ ਪ੍ਰਸ਼ਾਦਾ ਤਿਆਰ ਹੋਇਆ ਹੋਵੇਗਾ, ਇੱਕ ਤਾਂ ਉਸ ਪ੍ਰਸ਼ਾਦੇ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ। ਜਿਹਨੂੰ ਬਾਣੀ ਨੇ ਕਿਹਾ ਵੱਧ ਤੋਂ ਜਾਈ ਟੋਟ ਨਾ ਆਏ, ਉਹ ਜਿਹੜਾ ਵੱਧਦਾ ਹੈ ਹਰ ਵਕਤ, ਉਹ ਟੋਟਾ ਨਹੀਂ ਆਉਂਦਾ। ਅਤੇ ਇੱਕ ਬੰਦਗੀ ਕਰਕੇ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਜਿਹੜਾ ਹੁੰਦਾ ਹੈ, ਉਹਦੇ ਵਿੱਚ ਰਸ ਬੜਾ ਹੁੰਦਾ ਹੈ, ਉਹਦੇ ਵਿੱਚ ਸਕੂਨ ਬੜਾ ਹੁੰਦਾ ਹੈ, ਉਹਦੇ ਵਿੱਚ ਆਨੰਦ ਬੜਾ ਹੁੰਦਾ ਹੈ। ਮੈਂ ਇਸ ਕਰਕੇ ਬੇਨਤੀ ਕੀਤੀ, ਸ਼ੁਰੂ ਦੇ ਵਿੱਚ ਸ਼ਬਦ ਲਿਆ ਸੀ ਕਿ ਭਾਈ ਗੁਰਦਾਸ ਜੀ ਦੀ ਜਿਹੜੀ ਇੱਕ ਕਵਿਤ ਆਉਂਦਾ ਹੈ, ਜਦੋਂ ਤੁਸੀਂ ਘਰ ਦੇ ਵਿੱਚੋਂ ਚੱਲਦੇ ਹੋ ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਜਦੋਂ ਤੂੰ ਘਰ ਦੇ ਵਿੱਚੋਂ ਬੰਦਿਆ ਕਦਮ ਪੁੱਟਦਾ ਹੈ, ਤੂੰ ਕਿਹੜੀ ਭਾਵਨਾ ਲੈ ਕੇ ਗੁਰੂ ਘਰ ਵੱਲ ਨੂੰ ਆ ਰਿਹਾ ਹੈ, ਗੁਰੂ ਨੇ ਉਦੋਂ ਹੀ ਜਾਣ ਲਿਆ ਜਦੋਂ ਤੂੰ ਘਰ ਦੇ ਵਿੱਚੋਂ ਕਦਮ ਪੁੱਟਿਆ। ਹੁਣ ਇੱਥੇ ਆਉਣ ਦਾ ਤਰੀਕਾ ਗੁਰੂ ਘਰ ਦੇ ਵਿੱਚ ਵੀ ਅਲੱਗ-ਅਲੱਗ ਹਰੇਕ ਦਾ ਬੰਦੇ ਦਾ ਹੁੰਦਾ। ਕਈ ਤਾਂ ਜਿਉਂ ਘਰੋਂ ਚੱਲਦੇ ਨੇ ਆਪਣਾ ਸਿਰ ਹੀ ਤਾਂ ਨਹੀਂ ਚੁੱਕਦੇ। ਅਤੇ ਮੈਨੂੰ ਯਾਦ ਆਉਂਦਾ ਹੈ, ਗੁਰਪ੍ਰਤਾਪ ਸੂਜ ਗ੍ਰੰਥ ਦੇ ਵਿੱਚ ਵੀ ਲਿਖਿਆ ਹੈ ਕਿ ਜਦੋਂ ਭਾਈ ਭੀਖਣ ਸ਼ਾਹ ਫਕੀਰ ਬਾਬਾ ਜੀ ਜਦੋਂ ਚੱਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ, ਜਿਉਂ ਚੱਲੇ ਉਹਨਾਂ ਨੇ ਕਿਤੇ ਸੱਜੇ ਖੱਬੇ ਧਿਆਨ ਨਹੀਂ ਟਿਕਾਇਆ, ਕੇਵਲ ਇੱਕੋ ਧਿਆਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬਸ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਚੱਲਦੇ ਨੇ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਭਲਿਆ ਜੋ ਤੂੰ ਗੁਰੂ ਘਰ ਦੇ ਵਿੱਚ ਆਉਣਾ ਹੈ, ਤੂੰ ਭਾਵਨਾ ਬਣਾ ਕੇ ਆਇਆ ਕਰ, ਗੁਰੂ ਤੈਨੂੰ ਆਪ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਆਵੇਗਾ। ਚਲੋ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਭਾਵਨੀ ਭਗਤ ਪਾਏ ਕੌਡੀ ਅਗ ਭਾਗ ਰੱਖੇ, ਜਾਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਪੋਟ ਪੈਂਡਾ ਆਗੇ ਹੋਏ ਲੇਤ ਹੈ। ਅਤੇ ਜੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੈਂ ਥੋੜ੍ਹੇ ਜਿਹੇ ਦੇ ਅਰਥ ਕਰਾਂ, ਜਦੋਂ ਵਾਕਿਆ ਹੀ ਘਰੋਂ ਅਰਦਾਸ ਕਰਕੇ ਤੁਰੋ, ਫਿਰ ਗੁਰੂ ਘਰ ਵੱਲ ਨੂੰ ਆਉਂਦਿਆਂ ਬੰਦੇ ਦੇ ਪੈਰ ਨਹੀਂ ਥੱਕਦੇ। ਅੱਗੇ ਲੈਣ ਵਾਸਤੇ ਕਿਵੇਂ ਖੜਦਾ ਹੈ ਜੀ? ਜਦੋਂ ਅਰਦਾਸ ਕਰਕੇ ਕੋਈ ਘਰੋਂ ਤੁਰੇ ਕਿ ਦਾਤਾ ਤੇਰੇ ਘਰ ਵੱਲ ਨੂੰ ਆ ਰਿਹਾ ਹੈ, ਫਿਰ ਬੰਦਾ ਥਿੜਕਦਾ ਨਹੀਂ ਗੁਰੂ ਘਰ ਵੱਲ ਨੂੰ ਆਉਂਦਿਆਂ। ਉਹਨੂੰ ਅਕਾਲ ਪੁਰਖ ਵਾਹਿਗੁਰੂ ਮੇਰਾ ਗੁਰੂ ਕਦੇ ਥੱਕਣ ਨਹੀਂ ਦਿੰਦਾ ਆਪਣੇ ਕੋਲ ਆਉਣ ਲੱਗਿਆ। ਨਹੀਂ ਤਾਂ ਕਈ ਵਾਰ ਬੰਦਾ ਘਰੋਂ ਤੁਰਦਾ, ਰਸਤੇ ਦੇ ਵਿੱਚ 100 ਕੰਮ ਪੈ ਜਾਂਦੇ ਨੇ। ਘਰੋਂ ਮਨ ਬਣਾ ਕੇ ਆਉਂਦਾ ਹੈ ਗੁਰਦੁਆਰੇ ਜਾਣਾ ਹੈ, 100 ਫੋਨ ਆ ਜਾਂਦੇ, ਨਹੀਂ, ਉੱਥੋਂ ਮੁੜ ਕੇ ਯੂਟਰਨ ਲੈ ਕੇ ਵਾਪਸ ਦੂਜੇ ਕੰਮ ਨੂੰ ਤੁਰ ਪੈਂਦਾ। ਇਹਦਾ ਮਤਲਬ ਅੱਜ ਦੇ ਦੌਰ 'ਚ ਅਸੀਂ ਵੇਖਣਾ ਹੋਵੇ, ਇਹਦਾ ਮਤਲਬ ਇੰਨਾ ਕੁ ਹੈ ਕਿ ਜਦੋਂ ਭਾਵਨਾ ਬਣਾ ਕੇ ਅਰਦਾਸ ਕਰਕੇ ਘਰੋਂ ਤੁਰੋਗੇ, ਗੁਰੂ ਬਿਨਾਂ ਕਿਸੇ ਰੋਕ ਟੋਕ ਦੇ ਤੁਹਾਨੂੰ ਆਪਣੇ ਘਰ ਦੇ ਵਿੱਚ ਲੈ ਆਵੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਕਹਿੰਦੇ ਤੂੰ ਇੱਕ ਵਾਰ ਹਿਰਦੇ ਦੇ ਵਿੱਚੋਂ ਭਿੱਜ ਕੇ ਉਸ ਕਰਤੇ ਨੂੰ ਯਾਦ ਕਰ। ਜਦੋਂ ਤੈਨੂੰ ਭਿੱਜ ਕੇ ਯਾਦ ਕਰੇਗਾ, ਤੈਨੂੰ ਵਾਰ-ਵਾਰ ਯਾਦ ਕਰੇਗਾ ਗੁਰੂ, ਤੈਨੂੰ ਵਾਰ-ਵਾਰ ਯਾਦ ਕਰੇਗਾ। ਅਤੇ ਇਹਦੀ ਵਿਆਖਿਆ ਲਈ ਇੱਕ ਸ਼ਬਦ ਤੁਸੀਂ ਰਹਿ ਰਾਸ ਦੇ ਵਿੱਚ ਪੜ੍ਹਦੇ ਹੋ, ਅਤੇ ਇਹ ਮਤ ਸਮਝਿਓ ਚਲੋ ਥੋੜ੍ਹੀ ਜਿਹੀ ਭਾਵਨਾ ਬਣਾ ਕੇ ਰੱਖਿਆ ਕਰੋ। ਅੱਜ ਥੋੜ੍ਹਾ ਜਿਹਾ ਪ੍ਰਚਾਰ ਵੀ ਉਸ ਤਰੀਕੇ ਦਾ ਹੋਣ ਲੱਗ ਪਿਆ ਕਿ ਯਾਦ ਨਹੀਂ ਪਹੁੰਚਦੀ। ਯਾਦ ਪਹੁੰਚਦੀ ਹੈ, ਪਰ ਯਾਦ ਕਰਨਾ ਆਉਂਦਾ ਹੋਣਾ ਚਾਹੀਦਾ। ਯਾਦ ਪਹੁੰਚਦੀ ਹੈ। ਤੁਸੀਂ ਰਹਿ ਰਾਸ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਹੋ ਕਿ ਊਡੈ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਕੌਣ ਕਹਿੰਦਾ ਯਾਦ ਨਹੀਂ ਪਹੁੰਚਦੀ? ਗੁਰੂ ਸਾਹਿਬ ਕਹਿੰਦੇ ਨੇ, ਬੰਦਿਆ ਜਦੋਂ ਕੂੰਜ ਦੂਰ ਉੱਡ ਕੇ ਆਉਂਦੀ ਹੈ, ਉਹ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਆਉਂਦੀ ਹੈ। ਅਤੇ ਜਦੋਂ ਕੂੰਜ ਦੂਰ ਉੱਡ ਕੇ ਆ ਜਾਂਦੀ ਹੈ, ਬੱਚਿਆਂ ਨੂੰ ਪਿੱਛੇ ਛੱਡ ਆਉਂਦੀ ਹੈ ਨਾ ਪਿਆਰਿਓ, ਅਤੇ ਜਦੋਂ ਉਹ ਫਿਰ ਕੂੰਜ ਦਾਣਾ ਚੁੱਕਦੀ ਹੈ, ਉਹ ਦਾਣਾ ਇਸ ਨਜ਼ਰੀਏ ਦੇ ਨਾਲ ਚੁਗਦੀ ਹੈ ਕਿ ਸ਼ਾਇਦ ਮੇਰੇ ਬੱਚੇ ਹੀ ਦਾਣਾ ਚੁਗ ਰਹੇ ਨੇ। ਉਹ ਦੂਰ 100 ਕੋਹਾਂ ਮੀਲ ਮਗਰ ਚੋਗਾ ਦੇਣ ਨਹੀਂ ਜਾਂਦੀ ਆਪਣੇ ਬੱਚਿਆਂ ਨੂੰ। ਕਹਿੰਦੇ ਉਹਦੀ ਯਾਦ ਸ਼ਕਤੀ ਦੇ ਨਾਲ ਬੱਚੇ ਪਲਦੇ ਨੇ। ਊਡੈ ਊਡ ਆਵੈ ਸੈ ਕੋਸਾਂ, 100 ਕੋਹਾਂ ਮੀਲ ਦੂਰ ਕੂੰਜ ਉੱਡ ਕੇ ਆ ਜਾਂਦੀ ਹੈ,
ਤਿਸ ਪਾਛੈ, ਤਿਸ ਨੇ ਕੀ ਕੀਤਾ? ਪਾਛੇ ਦਾ ਅਰਥ ਹੈ ਪਿੱਛੇ, ਉਹਨੇ ਬੱਚੇ ਪਿੱਛੇ ਛੱਡ ਦਿੱਤੇ। ਤਿਸ ਪਾਛੈ ਬਚਰੇ ਸ਼ਰਿਆ, ਸ਼ਰਿਆ ਦਾ ਅਰਥ ਹੈ ਛੱਡ ਦਿੱਤੇ, ਮਗਰ ਛੱਡ ਆਈ। ਤਿਨ ਕਵਣ ਖਿਲਾਵੈ, ਦੱਸੋ ਕਹਿੰਦੇ ਉਹਨਾਂ ਨੂੰ ਕੌਣ ਚੋਗਾ ਦਿੰਦਾ? ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਯਾਦ ਸ਼ਕਤੀ ਦੇ ਨਾਲ ਬੱਚੇ ਪਲਦੇ ਨੇ। ਯਾਦ ਪਹੁੰਚਦੀ ਹੈ ਪਰ ਕੋਈ ਯਾਦ ਕਰਨ ਵਾਲਾ ਹੋਵੇ। ਜਦੋਂ ਭਾਈ ਗੋਂਦੇ ਦੀ ਅਸੀਂ ਸਾਖੀ ਪੜ੍ਹਦੇ ਹਾਂ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਬਹਿ ਜਾਂਦਾ ਹੈ ਅੰਮ੍ਰਿਤ ਵੇਲੇ, ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨ ਪਕੜੇ ਕੇ ਬੈਠਾ ਹੈ, ਧਿਆਨ ਧਰ ਕੇ ਬੈਠਾ ਹੈ। ਇਧਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਨਿਤਨੇਮ ਕਰ ਰਹੇ ਨੇ, ਬੈਠੇ ਨੇ। ਸਮਾਂ ਹੋਇਆ, ਸਿੱਖ ਵੇਖਦੇ ਨੇ ਨਿਤਨੇਮ ਕੰਪਲੀਟ ਹੋ ਗਿਆ, ਗੁਰੂ ਸਾਹਿਬ ਉੱਠੇ ਨਹੀਂ, ਨੇਮ ਤੇ ਨਿਭਾ ਲਿਆ, ਉੱਠੇ ਨਹੀਂ। ਤਕਰੀਬਨ ਕਾਫੀ ਸਮੇਂ ਬਾਅਦ ਜਦੋਂ ਭਾਈ ਹਿੰਮਾ, ਵਾਹਿਗੁਰੂ ਭਾਈ ਗੋਂਦਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨ ਛੱਡਦਾ ਹੈ, ਫਿਰ ਗੁਰੂ ਹਰਗੋਬਿੰਦ ਮਹਾਰਾਜ ਗੱਦੀ ਤੋਂ ਉੱਠਦੇ ਨੇ। ਸਿੱਖਾਂ ਨੇ ਸਵਾਲ ਕੀਤਾ, ਕਹਿਣ ਲੱਗੇ ਕੋਈ ਬਿਰਤੀ ਜੋੜ ਕੇ ਬੈਠਾ ਸੀ, ਜੇ ਉਹਦੀ ਬਿਰਤੀ ਦੇ ਵਿੱਚ ਗੁਰੂ ਹੀ ਵਿਘਨ ਪਾ ਦੇਵੇ ਤੇ ਫਿਰ ਫਾਇਦਾ ਕੀ ਹੋਇਆ? ਗੁਰੂ ਯਾਦ ਕਰਦਾ ਹੈ ਜੇ ਉਹਨੂੰ ਕੋਈ ਯਾਦ ਕਰਦਾ ਹੋਵੇ। ਸਾਖੀਆਂ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ। ਜਦੋਂ ਤੁਸੀਂ ਮਾਈ ਭਾਗ ਭਰੀ ਦੀ ਗੱਲ ਕਰਦੇ ਹੋ ਤੇ ਜੰਮੂ ਦੇ ਵਿੱਚ ਸ਼੍ਰੀਨਗਰ ਮਾਤ ਭਾਗ ਭਰੀ ਬੈਠੀ ਹੈ, ਚੋਲਾ ਲੈ ਕੇ ਬੈਠੀ ਗੁਰੂ ਹਰਗੋਬਿੰਦ ਮਹਾਰਾਜ ਲਈ ਕਿ ਅਸੀਂ ਚੋਲਾ ਦੇਣਾ ਹੈ, ਤੇ ਗੁਰੂ ਹਰਗੋਬਿੰਦ ਮਹਾਰਾਜ ਚੋਲਾ ਜਾ ਕੇ ਲੈਂਦੇ ਨੇ, ਪਾਉਂਦੇ ਨੇ। ਇਤਿਹਾਸ 'ਚ ਲਿਖਿਆ ਕਿ ਗੁਰੂ ਹਰਗੋਬਿੰਦ ਮਹਾਰਾਜ ਚਰਨਾਂ ਦੇ ਵਿੱਚ ਉਹਦੇ ਸਵਾਸ ਨਿਕਲਦੇ ਨੇ। ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਬਾਰ ਗੁਰ ਹੇਤ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਜਦੋਂ ਤੁਸੀਂ ਦਾਨ ਦਿੰਦੇ ਹੋ ਤੇ ਜਦੋਂ ਦਾਨ ਦਿੰਦੇ ਹੋ, ਦਾਨ ਦੇਣ ਲੱਗਿਆਂ ਨਿਮਰਤਾ ਚਾਹੀਦੀ ਹੈ। ਕਹਿੰਦੇ ਤੂੰ ਭਾਵਨਾ ਦੇ ਨਾਲ ਨਿਮਰਤਾ ਦੇ ਵਿੱਚ ਆ ਕੇ ਕੌਡੀ ਗੁਰੂ ਨੂੰ ਦਾਨ ਦੇ, ਲੱਖਾਂ ਕਰੋੜਾਂ ਦੀ ਲੋੜ ਨਹੀਂ, ਪਰ ਉਸ ਦਾਨ ਦਿੱਤੇ ਦੇ ਵਿੱਚ ਤੇਰਾ ਕੋਈ ਵਜੂਦ ਨਾ ਹੋਵੇ, ਸਗੋਂ ਇਹ ਆ ਕੇ ਅਰਦਾਸ ਕਰ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜੇ ਦਾਨ ਕਰਕੇ ਕਹਿੰਦਾ ਕਿ ਹੁਣ ਮੇਰਾ ਮੋਟਾ ਮੋਟਾ ਕਰਕੇ ਨਾਂ ਲਿਖ ਦੋ, ਕਹਿੰਦੇ ਉਹ ਦਾਨ ਨਹੀਂ ਦੇ ਰਿਹਾ, ਉਹ ਬੰਦਾ ਆਪਣੀ ਹਉਮੈ ਨੂੰ ਜਿਤਾ ਰਿਹਾ ਹੈ। ਦਾਨ ਨਹੀਂ ਦਿੰਦਾ ਉਹ। ਜਿਹੜਾ ਦਾਨੀ ਹੋਵੇਗਾ ਉਹ ਤੇ ਕਦੇ ਆਪਣਾ ਆਪ ਅੱਗੇ ਲੈ ਕੇ ਆਉਂਦਾ ਹੀ ਨਹੀਂ, ਤੇ ਜਿਹੜਾ ਦਾਨ ਦੇ ਕੇ ਕਹਿੰਦਾ ਕਿ ਮੇਰਾ ਨਾਂ ਲਓ, ਸਟੇਜ ਤੇ ਨਾਂ ਬੋਲੋ, ਇੱਥੇ ਹੁਣ ਲਿਖੋ ਮੇਰਾ ਨਾਂ ਕਿ ਮੈਂ ਇੰਨਾ ਦਾਨ ਦਿੱਤਾ, ਉਹ ਦਾਨ ਨਹੀਂ ਦੇ ਰਿਹਾ, ਉਹ ਦੁਨੀਆ ਦੇ ਵਿੱਚ ਆਪਣਾ ਆਪ ਜਿਤਾ ਰਿਹਾ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਜਦੋਂ ਗੁਰੂ ਨੂੰ ਦਾਨ ਦਈਏ ਉੱਥੇ ਲੁਕ ਕੇ ਆਈਦਾ, ਉੱਥੇ ਛਿਪ ਕੇ ਆਈਦਾ, ਉੱਥੇ ਪ੍ਰਤੱਖ ਹੋ ਕੇ ਸਾਹਮਣੇ ਲੋਕਾਂ ਨੂੰ ਰੌਲਾ ਪਾਉਂਦੇ ਨਹੀਂ ਆਈਦਾ। ਗੁਰੂ ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ। ਤੂੰ ਕਹਿੰਦੇ ਭਾਵਨਾ ਦੇ ਨਾਲ ਭਿੱਜ ਕੇ ਇੱਕ ਕੌਡੀ ਗੁਰੂ ਅੱਗੇ ਰੱਖ, ਉਸ ਕੌਡੀ ਦੇ ਬਦਲੇ ਅਕਾਲ ਪੁਰਖ ਤੇਰੀਆਂ ਝੋਲੀਆਂ ਭਰ ਦੇਵੇਗਾ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ, ਉਹ ਮੇਰਾ ਗੁਰੂ ਦਇਆ ਦਾ ਖਜ਼ਾਨਾ ਹੈ। ਮਹਿਮਾ ਅਗਾਧ ਬੋਧ, ਉਹਦੀ ਮਹਿਮਾ ਨੂੰ ਬਿਆਨ ਨਹੀਂ ਜੇ ਕੀਤਾ ਜਾ ਸਕਦਾ। ਆ ਮੰਨ ਲਓ ਹੁਣ ਕਥਾ ਕਰਦੇ ਪਏ ਆ, ਤੇ ਜੇ ਹੁਣ ਮੈਂ ਕਹਾਂ ਕਿ ਸ਼ਾਇਦ ਇਸ ਸ਼ਬਦਾਂ ਦੇ ਵਿੱਚ, ਇਸ ਸ਼ਬਦਾਂ ਦੇ ਜਾਲ ਦੇ ਵਿੱਚ ਮੈਂ ਉਸ ਕਰਤੇ ਨੂੰ ਵਿਖਿਆਨ ਕਰ ਜਾਵਾਂ, ਤੇ ਉਹਦਾ ਕਦੇ ਵਿਖਿਆਨ ਨਹੀਂ ਹੋ ਸਕਦਾ। ਉਹਦੀ ਮਹਿਮਾ ਅਗਾਧ ਬੋਧ ਹੈ। ਹਾਂ, ਗੁਰੂ ਅਥਾਹ ਸਮੁੰਦਰ ਹੈ, ਉਸ ਸਮੁੰਦਰ ਦੇ ਵਿੱਚ ਤਾਰੀਆਂ ਲਾਈਆਂ ਜਾ ਸਕਦੀਆਂ ਨੇ, ਕਦੇ ਅੰਤ ਨਹੀਂ ਜੇ ਪਾਇਆ ਜਾ ਸਕਦਾ। ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਦਇਆ ਨਿਧ, ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ, ਨੇਤ 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 ਹੈ। ਉਸ ਅਕਾਲ ਪੁਰਖ ਨੂੰ ਨਮਸਕਾਰ ਹੈ, ਉਸ ਅਕਾਲ ਪੁਰਖ ਨੂੰ ਡੰਡੌਤ ਬੰਦਨਾ ਹੈ, ਜਿਹੜਾ ਐਸੇ ਪਰਉਪਕਾਰ ਵਾਲਾ ਹੈ, ਜਿਹੜਾ ਦਾਨੀ ਵੀ ਹੈ, ਦਿੰਦਾ ਵੀ ਹੈ, ਜਿਹੜਾ ਸਾਜਦਾ ਵੀ ਹੈ, ਸਵਾਰਦਾ ਵੀ ਹੈ, ਬਣਾਉਂਦਾ ਵੀ ਹੈ। ਤੇ ਉਸ ਅਕਾਲ ਪੁਰਖ ਦੇ ਕਰਤੇ ਦੀ ਖੇਡ ਵੇਖੋ। ਅਸੀਂ ਕੋਈ ਕੰਮ ਕਰਨਾ ਹੋਵੇ ਤੇ ਅਸੀਂ 100 ਸਲਾਹਾਂ ਲੈਂਦੇ ਹਾਂ ਕਿ ਬਣਾਈਏ ਕਿ ਨਾ ਬਣਾਈਏ, ਕੰਮ ਸ਼ੁਰੂ ਕਰੀਏ ਕਿ ਨਾ ਸ਼ੁਰੂ ਕਰੀਏ, ਪਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਵਡੱਪਣ ਹੈ। ਉਹ ਜੋ ਕੁਝ ਕਰਦਾ ਹੈ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ, ਕਿਸੇ ਦੀ ਸਲਾਹ ਨਹੀਂ ਲੈਂਦਾ। ਪੁੱਛ ਨਾ ਸਾਜੈ
ਪੁੱਛ ਨਾ ਟਾਹੇ। ਉਹ ਸਾਜਣ ਲੱਗਿਆਂ ਬਣਾਉਣ ਲੱਗਿਆਂ ਵੀ ਪੁੱਛਦਾ ਨਹੀਂ, ਤੇ ਗੁਰੂ ਪਾਤਸ਼ਾਹ ਕਹਿੰਦੇ ਉਹ ਢਾਉਣ ਲੱਗਿਆਂ ਵੀ ਪੁੱਛਦਾ ਨਹੀਂ। ਇਹਦੀ ਵਿਆਖਿਆ ਥੋੜ੍ਹੀ ਜਿਹੀ ਮੈਂ ਇਵੇਂ ਕਰ ਦਿੰਦਾ ਕਿ ਜਿਵੇਂ ਇੱਕ ਛੋਟਾ ਜਿਹਾ ਬੱਚਾ ਰੇਤ ਦੇ ਘਰ ਬਣਾਉਂਦਾ ਹੈ, ਤੇ ਜਦੋਂ ਉਹ ਘਰ ਬਣਾਉਂਦਾ ਹੈ ਨਾ ਛੋਟਾ ਜਿਹਾ ਬੱਚਾ, ਤੇ ਉਹ ਖੁਸ਼ੀ ਖੁਸ਼ੀ ਘਰ ਬਣਾਉਂਦਾ ਹੈ, ਤੇ ਖੁਸ਼ੀ ਖੁਸ਼ੀ ਘਰ ਬਣਾਉਣ ਤੋਂ ਬਾਅਦ ਉਹਨੂੰ ਢਾਹ ਵੀ ਦਿੰਦਾ ਹੈ। ਉਹ ਬਣਾਉਣ ਲੱਗਿਆਂ ਬਹੁਤ ਖੁਸ਼ ਹੁੰਦਾ ਹੈ ਕਿ ਮੈਂ ਘਰ ਬਣਾਇਆ ਹੈ, ਤੇ ਜਦੋਂ ਉਸ ਘਰ ਨੂੰ ਉਹ ਢਾਉਂਦਾ ਹੈ ਉਹ ਬੱਚਾ ਰੋਂਦਾ ਨਹੀਂ, ਉਹ ਢਾਹ ਕੇ ਵੀ ਸਗੋਂ ਖੁਸ਼ੀ ਮਨਾਉਂਦਾ ਹੈ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ। ਪਰਮਾਤਮਾ ਦਾ ਸੁਭਾਅ ਐਸਾ ਹੈ, ਅਸੀਂ ਕੋਈ ਘਰ ਬਣਾਈਏ ਤੇ ਬਹੁਤ ਖੁਸ਼ ਹੁੰਦੇ ਹਾਂ, ਤੇ ਮਾਫ਼ ਕਰਿਓ ਜੇ ਕਿਤੇ ਛੱਡਣਾ ਪੈ ਜਾਵੇ ਔਖੇ ਸਮੇਂ ਤੇ ਬੰਦਾ ਦੁਹਾਕਣਾ ਮਾਰਦਾ, ਬੰਦੇ ਕੋਲੋਂ ਛੱਡਿਆ ਨਹੀਂ ਜਾਂਦਾ। ਪਰ ਕਹਿੰਦੇ ਉਸ ਅਕਾਲ ਪੁਰਖ ਦਾ ਸੁਭਾਅ ਦੇਖੋ, ਜਦੋਂ ਉਹ ਬਣਾਉਂਦਾ ਹੈ ਉਹ ਬਣਾਉਣ ਲੱਗਿਆਂ ਵੀ ਖੁਸ਼ ਹੈ, ਤੇ ਜਦੋਂ ਉਹ ਢਾਉਂਦਾ ਹੈ ਉਹ ਢਾਉਣ ਲੱਗਿਆਂ ਵੀ ਖੁਸ਼ ਹੈ। ਤੇ ਜਦੋਂ ਤੁਸੀਂ ਮੂਲ ਮੰਤਰ ਪੜ੍ਹਦੇ ਹੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਦੋਂ ਤੁਸੀਂ ਮੂਲ ਮੰਤਰ ਪੜ੍ਹਦੇ ਹੋ, ਇਹਦਾ ਮਤਲਬ ਇੰਨਾ ਕਿ ਪਿਆਰਿਓ ਕਿ ਜਿਸ ਕਰਤੇ ਨੂੰ ਯਾਦ ਕਰਦੇ ਪਏ ਹੋ ਉਸ ਕਰਤੇ ਦੇ ਤੁਹਾਡੇ ਅੰਦਰ ਗੁਣ ਪ੍ਰਗਟ ਹੋ ਜਾਣ। ਜੇ ਨਿਰਭਉ ਨੂੰ ਯਾਦ ਕਰਦੇ ਹੋ ਤੇ ਨਿਰਭਉ ਤੁਹਾਡੇ ਅੰਦਰ ਵੀ ਹੋਣਾ ਚਾਹੀਦਾ ਹੈ, ਤੇ ਇਹ ਤਾਂ ਪੈਦਾ ਹੋਵੇਗਾ ਜੇ ਉਸ ਕਰਤੇ ਦੀ ਬਾਣੀ ਨੂੰ ਪੜ੍ਹਨ ਲੱਗ ਜਾਓ। ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਨਿਰਭਉ ਜਪੋਗੇ ਸਾਰੇ ਭਉ ਦੂਰ ਹੋ ਜਾਣਗੇ, ਉਸ ਨਿਰਭਉ ਦਾ ਹੀ ਰੂਪ ਹੋ ਜਾਓਗੇ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਹਦਾ ਮਤਲਬ ਇਹ ਹੈ ਕਿ ਜਦੋਂ ਉਸ ਨੂੰ ਯਾਦ ਕਰਦੇ ਹੋ, ਸਿਮਰਨ ਕਰਦੇ ਹੋ, ਸਿਮਰਨ ਕਰਨ ਦਾ ਇਹੀ ਹੈ ਨਾ ਕਿ ਜਿਸ ਕਰਤੇ ਨੂੰ ਯਾਦ ਕਰਦੇ ਹਾਂ ਉਹਦੇ ਵਰਗੇ ਹੋ ਜਾਈਏ, ਉਹਦੇ ਗੁਣ ਸਾਡੇ ਅੰਦਰ ਪ੍ਰਗਟ ਹੋ ਜਾਣ। ਜਾਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ, ਚਲੋ ਜੇ ਸਾਡਾ ਕੋਈ ਦੁਨਿਆਵੀ ਤੌਰ 'ਤੇ ਮਿੱਤਰ ਹੋਵੇ, ਤੇ ਮਿੱਤਰਤਾ ਕਿਹਦੇ ਨਾਲ ਨਿਭਦੀ ਹੈ ਜੀ? ਜਿਹਦੇ ਨਾਲ ਸੁਭਾਅ ਰਲਦਾ ਹੋਵੇ। ਜੇ ਤੁਹਾਡੇ ਅੰਦਰ ਦਇਆ ਹੈ ਤੇ ਅੱਗੇ ਵੀ ਕੋਈ ਦਇਆ ਵਾਲਾ ਹੋਵੇ ਤੇ ਉਹਦੇ ਨਾਲ ਸੁਭਾਅ ਰਲ ਜਾਵੇਗਾ, ਮਿੱਤਰਤਾ ਨਿਭ ਜਾਵੇਗੀ। ਸ਼ਰਾਬੀ ਦੀ ਮਿੱਤਰਤਾ ਸ਼ਰਾਬੀ ਨਾਲ ਹੁੰਦੀ ਹੈ, ਜੁਆਰੀਏ ਦੀ ਮਿੱਤਰਤਾ ਜੁਆਰੀ ਨਾਲ ਹੁੰਦੀ ਹੈ ਕਿ ਸੁਭਾਅ ਰਲਦਾ ਹੈ। ਚੋਰ ਦੀ ਮਿੱਤਰਤਾ ਚੋਰ ਨਾਲ ਹੁੰਦੀ ਹੈ, ਸੁਭਾਅ ਰਲਦਾ ਹੈ। ਤੇ ਸੰਤ ਦੀ ਮਿੱਤਰਤਾ ਇੱਕ ਸੰਤ ਨਾਲ ਹੁੰਦੀ ਹੈ, ਭਗਤ ਦੀ ਮਿੱਤਰਤਾ ਇੱਕ ਭਗਤ ਨਾਲ ਹੁੰਦੀ ਹੈ, ਸੁਭਾਅ ਰਲਦਾ ਹੈ ਨਾ। ਤੇ ਜਿੱਥੇ ਸੁਭਾਅ ਨਾ ਰਲੇ ਉੱਥੇ ਮਿੱਤਰਤਾ ਨਹੀਂ ਨਿਭਦੀ, ਉੱਥੇ ਕਦੇ ਰਿਸ਼ਤਾ ਕਾਇਮ ਨਹੀਂ ਜੀ ਹੁੰਦਾ, ਰਿਸ਼ਤਾ ਬਣਦਾ ਨਹੀਂ। ਮਾਫ਼ ਕਰਿਓ, ਜਦੋਂ ਸਾਡੇ ਆ ਵਿਆਹ ਵਰਤਾ, ਜਦੋਂ ਜੀਵਨ ਦੇ ਵਿੱਚੋਂ ਕਈ ਵਾਰ ਤਲਾਕ ਹੁੰਦੇ ਨੇ, ਉਹਦਾ ਕਾਰਨ ਕੀ ਹੁੰਦਾ ਹੈ? ਸੁਭਾਅ ਨਹੀਂ ਰਲਿਆ, ਤਲਾਕ ਹੋ ਗਿਆ, ਰਿਸ਼ਤਾ ਨਹੀਂ ਨਿਭ ਸਕਿਆ। ਰਿਸ਼ਤਾ ਉੱਥੇ ਨਿਭਦਾ ਹੈ ਜਾਂ ਤੇ ਉਸ ਵਰਗੇ ਹੋ ਜਾਓ ਤੇ ਜਾਂ ਫਿਰ ਉਹਨੂੰ ਆਪਣੇ ਵਰਗੇ ਕਰ ਲਓ। ਜੇ ਤੁਸੀਂ ਸੁਭਾਅ ਨਿਭਾਉਣ ਮਿੱਤਰਤਾ ਦੀ ਗੱਲ ਕਰਦੇ ਹੋ, ਮਿੱਤਰਤਾ ਉੱਥੇ ਨਿਭਦੀ ਹੈ ਜਿਹੜਾ ਤੁਹਾਡਾ ਮਿੱਤਰ ਹੈ, ਜਾਂ ਤੇ ਉਹਦੇ ਅਕੋਰਡਿੰਗ ਆਪਣੇ ਸੁਭਾਅ ਨੂੰ ਬਦਲ ਲਓ ਤੇ ਜਾਂ ਫਿਰ ਉਹਨੂੰ ਆਪਣੇ ਵਰਗੇ ਕਰ ਲਓ। ਪਰ ਗੁਰੂ ਘਰ ਦੇ ਵਿੱਚ ਪਿਆਰਿਓ, ਬੰਦਾ ਇਹ ਕਹਿੰਦਾ ਹੈ ਕਿ ਗੁਰੂ ਮੇਰੇ ਵਰਗਾ ਹੋਵੇ, ਮੈਂ ਗੁਰੂ ਵਰਗਾ ਨਾ ਹੋਵਾਂ, ਇਹ ਗਲਤ ਸੋਚਦੇ ਹੋ। ਗੁਰੂ ਘਰ ਦੇ ਵਿੱਚ ਸੁਭਾਅ ਗੁਰੂ ਵਰਗਾ ਕਰਨਾ ਪਵੇਗਾ ਤਾਂ ਮਿੱਤਰਤਾ ਨਿਭੇਗੀ। ਅਕਾਲ ਪੁਰਖ ਧਰਮ ਦੀ ਦੁਨੀਆ ਦੇ ਵਿੱਚ, ਜੇ ਮੈਂ ਕਹਾਂ ਇਸ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਜੇ ਬੰਦਾ ਕਹੇ ਕਿ ਪ੍ਰਮਾਤਮਾ ਸਾਡੇ ਅਕੋਰਡਿੰਗ ਚੱਲੇ, ਇਹ ਬੰਦੇ ਦੀ ਅਗਿਆਨਤਾ ਬੋਲਦੀ ਹੈ। ਪ੍ਰਮਾਤਮਾ ਸਾਡੇ ਅਕੋਰਡਿੰਗ ਨਹੀਂ ਚੱਲਣਾ, ਸਾਨੂੰ ਉਸ ਪਰਮਾਤਮਾ ਕਰਤੇ ਦੇ ਅਕੋਰਡਿੰਗ ਚੱਲਣਾ ਪੈਣਾ, ਸਾਨੂੰ ਉਹਦੇ ਅਕੋਰਡਿੰਗ ਸੁਭਾਅ ਬਣਾਉਣਾ ਪੈਣਾ, ਉੱਥੇ ਮਿੱਤਰਤਾ ਨਿਭੇਗੀ। ਤੇ ਜਦੋਂ ਸਿਮਰਨ ਕਰੋਗੇ ਸਾਡਾ ਸੁਭਾਅ ਉਸ ਵਰਗਾ ਹੁੰਦਾ ਜਾਵੇਗਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਉਹ ਨਿਰਭਉ ਹੈ। ਜਦੋਂ ਬਾਣੀ ਪੜ੍ਹੋਗੇ, ਸਿਮਰਨ ਕਰੋਗੇ, ਅੰਦਰ ਨਿਰਭਉ ਆਵੇਗਾ। ਇਸੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਭੈ ਕਾਹੂ ਕੋ ਦੇਤ ਨਹਿ, ਨਹਿ ਪਹਿ ਮਾਨਤ ਆਨ। ਉਹ ਨਿਰਭਉ ਹੈ। ਜਦੋਂ ਉਹਦੇ ਗੁਣ ਗਾਇਨ ਕਰਾਂਗੇ, ਅੰਦਰੋਂ ਨਿਰਭਉ ਵਾਲੀ ਬਿਰਤੀ ਉੱਠੇਗੀ। ਨਿਰਵੈਰ, ਉਹ ਕਰਤਾ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇੱਥੇ ਬੰਦਾ ਭਰਾ ਦੇ ਨਾਲ ਵੈਰ ਕਮਾਉਂਦਾ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵੇਖ ਲਈਏ ਤੇ
ਜ਼ਮੀਨ ਜਾਇਦਾਦ ਲਈ ਝਗੜੇ ਹੁੰਦੇ ਨੇ, ਬੰਦਾ ਮਤਲਬ ਫਰੋਸ਼ੀ ਹੈ, ਮਤਲਬ ਲੈਂਦਾ ਹੈ, ਪਰ ਉਹ ਅਕਾਲ ਪੁਰਖ ਦਾ ਸੁਭਾਅ ਹੈ, ਕਹਿੰਦੇ ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਜਿਹੜਾ ਬੰਦਾ ਉਸ ਕਰਤੇ ਦੇ ਹੁਕਮ ਨੂੰ ਸਮਝ ਕੇ ਚੱਲਦਾ ਹੋਵੇਗਾ ਉਹ ਨਿਰਵੈਰ ਵਾਲੀ ਬਿਰਤੀ ਧਾਰਨ ਕਰ ਲਵੇਗਾ, ਉਹ ਨਿਰਵੈਰ ਹੋ ਜਾਵੇਗਾ। ਨਿਰਭਉ ਨਿਰਵੈਰ, ਨਿਰਵੈਰ ਦਾ ਰੂਪ ਹੋ ਗਿਆ। ਕਿਉਂ ਹੋਇਆ? ਗੁਣ ਕਿਉਂ ਆ ਗਏ? ਕਿਉਂਕਿ ਉਹ ਪਰਮਾਤਮਾ ਅੰਦਰ ਆ ਕੇ ਵਸ ਗਿਆ। ਜਿੱਥੇ ਪਰਮਾਤਮਾ, ਜਿੱਥੇ ਗੁਰੂ ਅੰਦਰ ਆ ਕੇ ਹਿਰਦੇ ਦੇ ਜਿਸ ਘਰ ਦੇ ਵਿੱਚ ਗੁਰੂ ਬੈਠ ਜਾਵੇ, ਉਹਨੂੰ ਫਿਰ ਗੁਰੂ ਸਾਹਿਬ ਕਹਿੰਦੇ ਨੇ ਮਿਟਿਆ ਅੰਧੇਰਾ ਚੰਦ ਚੜ੍ਹਿਆ। ਹਨੇਰਾ ਦੂਰ ਹੋ ਗਿਆ, ਹੁਣ ਪ੍ਰਕਾਸ਼ ਹੋ ਗਿਆ। ਗੁਰ ਪ੍ਰਸਾਦ ਸਹਿਜ ਕਰ ਪਾਇਆ। ਸਿਮਰਨ ਦੀ ਬਦੌਲਤ, ਜਪ ਦੀ ਬਦੌਲਤ, ਤਪ ਕਰਕੇ, ਸਿਮਰਨ ਕਰਕੇ, ਰੂਹਾਨੀਅਤ ਦੀ ਕਮਾਈ ਕਰਕੇ ਅੰਦਰਲੇ ਦਰਵਾਜ਼ੇ ਖੁੱਲ੍ਹ ਗਏ, ਕਪਾਟ ਖੁੱਲ੍ਹ ਗਏ। ਹੁਣ ਅੰਦਰਲੇ ਮਹਿਲ ਦੇ ਵਿੱਚ, ਇਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਗ੍ਹਾ ਦੇ ਦਿੱਤੀ। ਅਤੇ ਜਿੱਥੇ ਰਾਜਾ ਆ ਕੇ ਬੈਠ ਜਾਵੇ ਉੱਥੇ ਸਫਾਈਆਂ ਹੋ ਜਾਂਦੀਆਂ ਨੇ। ਜਿੱਥੇ ਬਾਦਸ਼ਾਹ ਆ ਕੇ ਬੈਠ ਜਾਵੇ ਉੱਥੇ ਪਹਿਰੇ ਲੱਗ ਜਾਂਦੇ ਨੇ ਸੱਜੇ ਖੱਬੇ। ਉੱਥੇ ਫਿਰ ਡਰ ਨਹੀਂ ਰਹਿ ਜਾਂਦਾ, ਉੱਥੇ ਕਿਸੇ ਕਿਸਮ ਦਾ ਕੋਈ ਝੋਰਾ ਨਹੀਂ ਰਹਿ ਜਾਂਦਾ, ਉੱਥੇ ਸ਼ਿਕਵਾ ਨਹੀਂ ਰਹਿ ਜਾਂਦਾ। ਹੁਣ ਕਿ ਕਰਤਾ ਘਰ ਦੇ ਵਿੱਚ ਆ ਕੇ ਬੈਠ ਗਿਆ, ਰਾਜਾ ਘਰ 'ਤੇ ਆ ਕੇ ਬੈਠ ਗਿਆ। ਬਸ ਪਿਆਰਿਓ, ਇੰਨੀ ਕੁ ਬੇਨਤੀ ਜੀ ਮੈਂ ਤਾਂ ਇਹ ਸ਼ਬਦ ਲਿਆ ਸੀ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਦਾਨ ਰੱਖੇ। ਇਹ ਸ਼ਬਦ ਜਿਹੜੇ ਤੁਸੀਂ ਪੜ੍ਹਦੇ ਹੋ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਜਦੋਂ ਉਸ ਕਰਤੇ ਨੂੰ ਇਸ ਘਰ ਦੇ ਵਿੱਚ ਜਗ੍ਹਾ ਦੇ ਦਿਓਗੇ, ਉਦੋਂ ਇਹ ਹਿਰਦਾ ਪ੍ਰਫੁੱਲਤ ਹੋ ਜਾਵੇਗਾ, ਇਹ ਹਿਰਦਾ ਖਿੜ ਜਾਵੇਗਾ। ਉਹਨੂੰ ਯਾਦ ਕਰਕੇ ਵੇਖੋ, ਸੁੱਕਾ ਹੋਇਆ ਹਿਰਦਾ ਵੀ ਖੇੜੇ ਦੇ ਵਿੱਚ ਆ ਸਕਦਾ ਹੈ। ਆ ਬਸੰਤ ਦੀ ਰੁੱਤ ਚੱਲਦੀ ਹੈ ਅਤੇ ਤੁਸੀਂ ਰੋਜ਼ ਰਾਗੀ ਸਿੰਘ ਸਵੇਰੇ ਬਸੰਤ ਦੀ ਵਾਰ ਦਾ ਇੱਕ ਛੱਕਾ ਪੜ੍ਹ ਕੇ ਜਾਂਦੇ ਨੇ, ਸ਼ਬਦ ਪੜ੍ਹ ਕੇ ਜਾਂਦੇ ਨੇ। ਇੱਕ ਸੇਧ ਦਿੰਦੀ ਹੈ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮਲ ਖੰਤੈ ਪਾਈਐ ਰੁੱਤ ਸਹਾਈ, ਵਣ ਤ੍ਰਿਣ ਤ੍ਰਿਭੁਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਤਾਈ। ਤੂੰ ਉਹਨੂੰ ਯਾਦ ਕਰਕੇ ਵੇਖ, ਤੇਰੇ ਅੰਦਰ ਰੂਹਾਨੀਅਤ ਦਾ ਬੀਜ ਪੈਦਾ ਹੋਵੇਗਾ। ਜਿੱਥੇ ਰੂਹਾਨੀਅਤ ਦਾ ਬੀਜ ਪੈਦਾ ਹੋਵੇਗਾ, ਅੰਦਰ ਵਿਗਾਸ ਦੇ ਨਾਲ ਭਰ ਜਾਵੇਗਾ, ਅੰਦਰ ਖੇੜੇ ਦੇ ਨਾਲ ਭਰ ਜਾਵੇਗਾ। ਜਿੱਥੇ ਵਿਗਾਸ ਹੋ ਜਾਵੇਗਾ, ਫਿਰ ਉੱਥੇ ਕਹਿੰਦੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਉੱਥੇ ਪੰਜ ਵਿਕਾਰਾਂ ਨੂੰ, ਦੁਸ਼ਮਣਾਂ ਨੂੰ ਬੰਨ੍ਹ ਕੇ ਰੱਖ ਲਿਆ। ਕਿਉਂ ਬੰਨ੍ਹ ਲਿਆ? ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਿੱਚ ਖੜ ਗਿਆ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਏ ਨੇ ਵਿੱਚ ਦਈਓ ਖੜੋਆ ਰੋਗ। ਹੁਣ ਚਾਨਣ ਹੋ ਗਿਆ ਨਾ, ਪ੍ਰਕਾਸ਼ ਹੋ ਗਿਆ। ਹੁਣ ਹੋਵੇਗਾ ਕੀ? ਰੋਗ ਸੋਗ ਸਭ ਮਿਟ ਗਏ। ਹੁਣ ਰੋਗ ਨਹੀਂ ਰਵੇਗਾ, ਸੋਗ ਨਹੀਂ ਰਵੇਗਾ। ਨਿਤ ਨਵਾਂ ਨਰੋਵਾ ਦਿਨ ਰੈਣ ਨਾਮ ਧਿਆਇਂਦਾ, ਫਿਰ ਪਾਏ ਨਾ ਮੋਹ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋਣਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਜਾਣਾ ਹੈ। ਇਹਦੀ ਇਵੇਂ ਇੱਕ ਸ਼ਬਦ ਦੀ ਪੰਕਤੀ ਆਉਂਦੀ ਹੈ ਜੀ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਚੜ੍ਹਦਾ ਹੈ ਅਤੇ ਜਦੋਂ ਸੂਰਜ ਚੜ੍ਹਦਾ ਹੈ ਉਹਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ, ਕਿਰਨਾਂ ਪ੍ਰਗਟ ਹੁੰਦੀਆਂ ਨੇ, ਉਹਦਾ ਪ੍ਰਕਾਸ਼ ਹੁੰਦਾ ਹੈ। ਜਦੋਂ ਸੂਰਜ ਛਿਪਦਾ, ਉਹਦੀਆਂ ਕਿਰਨਾਂ ਉਸ ਸੂਰਜ ਦੇ ਵਿੱਚ ਜਾ ਕੇ ਛਿਪ ਜਾਂਦੀਆਂ ਨੇ। ਸਮੁੰਦਰ ਦੇ ਵਿੱਚ ਇੱਕ ਲਹਿਰ ਉੱਠਦੀ ਹੈ, ਉਸ ਲਹਿਰ ਦੇ ਵਿੱਚ ਲੱਗਦਾ ਹੈ ਕਿ ਸ਼ਾਇਦ ਇਹ ਵੱਖਰੀ ਹੈ, ਉੱਚੀ ਉੱਠਦੀ ਹੈ, ਉਛਲਦੀ ਹੈ। ਪਰ ਜਦੋਂ ਸਮੁੰਦਰ ਸ਼ਾਂਤ ਹੁੰਦਾ ਹੈ, ਲਹਿਰ ਉਸੇ ਤਰੀਕੇ ਦੇ ਨਾਲ ਫਿਰ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਇੰਨੀ ਕੁ ਪਿਆਰਿਓ ਬੇਨਤੀ ਹੈ, ਜੋ ਨਿਮਰਤਾ ਦੇ ਵਿੱਚ ਆਓਗੇ, ਜਪ ਤਪ ਸਿਮਰਨ ਦੀ ਕਮਾਈ ਕਰੋਗੇ, ਰੂਹਾਨੀਅਤ ਦੀ ਕਮਾਈ ਕਰਾਂਗੇ, ਉਦੋਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹੀ ਇੱਕ ਮੰਜ਼ਿਲ ਹੈ। ਦੋ ਤਿੰਨ ਚੀਜ਼ਾਂ ਬੰਦਾ ਯਾਦ ਕਰਕੇ ਰੱਖੇ ਕਿ ਕਿੱਥੋਂ ਆਏ ਹਾਂ, ਕਿੱਥੇ ਪਹੁੰਚ ਗਏ ਹਾਂ ਅਤੇ ਕਿੱਥੋਂ ਤੱਕ ਜਾਣਾ ਹੈ।
ਜੇ 3 ਗੱਲਾਂ ਬੰਦਾ ਪੱਲੇ ਬੰਨ੍ਹ ਲਵੇ ਨਾ, ਥੋੜ੍ਹਾ ਜਿਹਾ ਇਹਨਾਂ ਵੱਲ ਧਿਆਨ ਦੇਵੇ ਕਿ ਜੀਵਨ ਸ਼ੁਰੂ ਕਿੱਥੋਂ ਹੋਇਆ ਤੇ ਅਸੀਂ ਕਿੱਥੇ ਪਹੁੰਚ ਗਏ ਹਾਂ, ਤੇ ਸਾਡਾ ਏਮ ਕੀ ਹੋਣਾ ਚਾਹੀਦਾ, ਸਾਡੀ ਡੈਸਟੀਨੇਸ਼ਨ ਕੀ, ਮੰਜ਼ਿਲ ਕੀ ਹੋਣੀ ਚਾਹੀਦੀ ਹੈ। ਇਹ 3 ਚੀਜ਼ਾਂ ਬੰਦਾ, 3 ਗੱਲਾਂ ਬੰਦਾ ਪੱਲੇ ਬੰਨ੍ਹ ਕੇ ਜੀਵਨ ਗੁਜ਼ਾਰੇ ਤੇ ਬੰਦੇ ਦਾ ਜੀਵਨ ਸਫਲਾ ਹੋ ਸਕਦਾ ਹੈ। ਪਰ ਅਫਸੋਸ ਇਹੀ ਹੈ ਕਿ 3 ਚੀਜ਼ਾਂ ਬੰਦਾ ਭੁਲਾ ਛੱਡਦਾ ਹੈ। ਆਏ ਕਿੱਥੋਂ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਿੱਥੇ ਪਹੁੰਚ ਗਏ ਆ, ਆ ਮਨੁੱਖਾ ਜੀਵਨ ਤੇ ਪਹੁੰਚ ਗਏ ਆ। 84 ਲੱਖ ਦੀ ਜੂਨ ਸੀ, ਉੱਥੋਂ ਚੱਲੇ ਆ। ਕਈ ਕੋਟ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਗੁਰੰਗਾ, ਕਈ ਜਨਮ ਪੰਖੀ ਹੋਏ। ਹੁਣ ਇੱਥੇ ਕਈ ਜਨਮ ਜਨਮਾਂਤਰ ਕੀੜੇ ਮਕੌੜੇ ਬਣਦਾ ਰਿਹਾ ਹੈ, ਧਰਤੀ ਤੇ ਰੇਂਗਦਾ ਰਿਹਾ ਹੈ। ਉੱਥੋਂ ਜੀਵਨ ਸ਼ੁਰੂ ਹੋਇਆ ਹੈ। ਉੱਥੋਂ ਚੱਲਦਾ ਚੱਲਦਾ ਇਸ ਸਰੀਰ ਦੇ ਵਿੱਚ ਆ ਗਿਆ, ਮਨੁੱਖਾ ਦੇਹੀ ਦੇ ਵਿੱਚ ਆ ਗਿਆ ਹੈ। ਹੁਣ ਅਗਲਾ ਡੈਸਟੀਨੇਸ਼ਨ ਸੋਚ ਕਿ ਜਾਣਾ ਕਿੱਥੇ ਹੈ। ਫਿਰ ਉਸ ਕੀੜੇ ਮਕੌੜਿਆਂ ਵਾਲੀ ਜੂਨੇ ਚੱਲਣਾ ਹੈ ਕਿ ਜਾਂ ਉਸ ਕਰਤੇ ਦੇ ਵਿੱਚ ਭੇਦ ਹੋ ਕੇ ਇਹ ਝਗੜਾ ਹੀ ਨਿਬੇੜ ਦੇਣਾ ਹੈ। ਇਹ 3 ਗੱਲਾਂ ਬੰਦਾ ਪੱਲੇ ਬੰਨ੍ਹ ਲਵੇ। ਮੈਂ ਫਿਰ ਬੇਨਤੀ ਕਰ ਦੇਵਾਂ ਕਿ ਕਿੱਥੋਂ ਚੱਲੇ ਆ, ਕਿੱਥੇ ਪਹੁੰਚ ਗਏ ਆ ਤੇ ਕਿੱਥੇ ਜਾਣਾ ਹੈ। ਤੇ ਭਗਤ ਰਵਿਦਾਸ ਜੀ ਦਾ ਸ਼ਬਦ ਯਾਦ ਕਰਿਆ ਕਰੋ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਜਨਮਾਂ ਜਨਮਾਂਤਰਾਂ ਤੋਂ ਚੱਲੇ ਆ, ਇਹ ਜਨਮ ਤੁਮਾਰੇ ਲੇਖੇ। ਇੱਥੇ ਪਹੁੰਚ ਗਏ ਆ ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰ, ਕਹਿ ਰਵਿਦਾਸ ਆਸ ਲਗ ਜੀਵਾਂ, ਮੇਰੀ ਮੰਜ਼ਿਲ ਇਹ ਹੈ। ਮੈਂ ਇੱਕ ਆਸ ਰੱਖੀ ਹੈ। ਕੀ ਆਸ ਰੱਖੀ ਹੈ? ਚਿਰ ਭਇਓ ਦਰਸ਼ਨ ਦੇਖੇ। ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਹੁਣ ਦਰਸ਼ਨਾਂ ਨੂੰ ਮਨ ਲੋਚਦਾ ਹੈ। ਬੜਾ ਸਮਾਂ ਹੋ ਗਿਆ, ਬੜੀ ਦੇਰ ਹੋ ਗਈ ਤੇਰੇ ਦਰਸ਼ਨ ਕੀਤਿਆਂ, ਕਿਰਪਾ ਕਰ ਮੈਨੂੰ ਆਪਣਾ ਰੂਪ ਬਣਾ ਲੈ, ਮੈਨੂੰ ਆਪਣੇ ਗੁਣ ਦੇ ਦੇ। ਤੇ ਰੂਪ ਹੋਣ ਦਾ ਮਤਲਬ ਸਭ ਤੋਂ ਵੱਡਾ ਇਹੀ ਹੈ ਕਿ ਜੇ ਪਰਮਾਤਮਾ ਵੈਰ ਨਹੀਂ ਕਮਾਉਂਦਾ ਤੇ ਅਸੀਂ ਵੀ ਨਿਰਵੈਰ ਹੋ ਜਾਈਏ। ਜੇ ਉਹ ਨਿਰਭਉ ਹੈ ਤੇ ਅਸੀਂ ਵੀ ਨਿਰਭਉ ਹੋ ਜਾਈਏ। ਜੇ ਉਹ ਦਇਆਵਾਨ ਹੈ ਤੇ ਅਸੀਂ ਵੀ ਦਇਆਵਾਨ ਹੋ ਜਾਈਏ। ਜੇ ਉਹ ਭੁੱਲਿਆਂ ਭੜਕਿਆਂ ਨੂੰ ਵੀ ਆਪਣੇ ਹਿਰਦੇ ਦੇ ਨਾਲ ਲਾਉਣ ਵਾਲਾ ਹੈ ਤੇ ਅਸੀਂ ਵੀ ਮਾਫੀ ਦਾ ਕਨਸੈਪਟ ਲੈ ਕੇ ਆਪਣੇ ਹਿਰਦਿਆਂ ਨੂੰ ਵੱਡਿਆਂ ਕਰੀਏ, ਨਾ ਕਿ ਹਿਰਦੇ ਦੇ ਵਿੱਚ ਸੰਕੀਰਨਤਾ ਲੈ ਕੇ ਆਈਏ। ਤੇ ਮਾਫ ਕਰਿਓ, ਅੱਜ ਸਾਡੇ ਵਿੱਚੋਂ ਜਿਹੜਾ ਮਾਫੀ ਵਾਲਾ ਕਨਸੈਪਟ ਹੈ ਨਾ, ਇਹ ਖਤਮ ਹੁੰਦਾ ਜਾਂਦਾ ਹੈ। ਸਾਡੇ ਹਿਰਦੇ ਬੜੇ ਸੰਕੀਰਨ ਹੋ ਗਏ ਨੇ, ਬੜੇ ਸੌੜੇ ਹੋ ਗਏ ਨੇ। ਮਾਫੀ ਦਾ ਕਨਸੈਪਟ ਸਾਡੇ ਧਰਮ 'ਚ ਬਹੁਤ ਵੱਡਾ ਸੀ, ਇਹ ਦੂਰ ਹੁੰਦਾ ਜਾਂਦਾ ਹੈ। ਤੇ ਜਦੋਂ ਗੁਰੂ ਨੂੰ ਯਾਦ ਕਰੋਗੇ, ਕਰਤੇ ਨੂੰ ਯਾਦ ਕਰੋਗੇ, ਉਹਦੇ ਇਤਿਹਾਸ ਨੂੰ ਪੜ੍ਹੋਗੇ ਤੇ ਸਾਰੇ ਗੁਣ ਸਾਡੇ ਅੰਦਰ ਪ੍ਰਗਟ ਹੋ ਜਾਣਗੇ। ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਇੱਕ ਧਾਰਨਾ ਪੜ੍ਹ ਕੇ ਸ਼ਬਦ ਦੇ ਰੂਪ ਦੇ ਵਿੱਚ ਫਤਿਹ ਬੁਲਾ ਦਿਓ। ਭਾਵਨਾ ਨਾਲ ਪੜ੍ਹਿਓ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ, ਐਸੇ ਗੁਰ ਕੋ ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ, आप मुकत मोहि तारै, ऐसे गुर को बल बल जाइए, ऐसे गुर को बल बल जाइए, ऐसे गुर को बल बल जाइए, बल बल जाइए। बहुत बहुत धन्यवाद। होइयां भुलां दी खिमा। वाहिगुरू जी का खालसा, वाहिगुरू जी की फतेह। वाहिगुरू जी का खालसा।